प्यारे विद्यार्थियों, मैं अमृतपाल सिंह कंप्यूटर फैकल्टी गौरमेंट सीनियर सैकेंडरी स्कूल छपार लुधियाना। सो आओ अज ਆਪਾਂ 10ਵੀਂ जमात ਦੇ अगले पाठ की जानकारी दे रहे हैं। सो अज कंप्यूटर साइंस विषय का अपना जिहड़ा अगला पाठ है वो है जमात 10वीं पाठ 3 HTML 2। सब तो पहला प्रश्न है बच्चों, उदाहरणों के नाल ਵੱਖ-ਵੱਖ बटनां की चर्चा करो। बटन HTML फार्मां दे महत्वपूर्ण एलीमेंट्स हुंदे हन। इन्हां दी वरतों वैब पेज ते कुछ कार्रवाई करन लई कीती जांदी है। ये बटन कई तरह के होंदे हन। कुछ महत्वपूर्ण बटन हेठ दिते गए हैं। सबमिट बटन, इस बटन की वरतों डाटा फार्म नूं वैब सर्वर कोल भेजण लई कीती जांदी है। रीसैट बटन, इस बटन की वरतों फार्म के मुल्लां नूं क्लीयर करन लई कीती जांदी है। सो आओ आपां बटनां दी उदाहरण देखते हाँ। सो प्यारे विद्यार्थियों, ये साडे कोल HTML की कोडिंग है। इस दे विच इनपुट टैग ने और टाइप ते वैल्यू इस दे एट्रीब्यूट सन। सो यह ब्राउज़र ते कुछ इस तरीके नाल दिखाई देवेगा। ये विच सबमिट बटन और रीसैट बटन, जदों असी सबमिट बटन ते क्लिक करांगे तो साडा डाटा जिहड़ा वो सर्वर ते चले जाएगा। सो साडा अगला प्रश्न है, फार्म विच सिलैक्शन सूची चोण सूची की हुंदी है। चोण सूची नूं सिलैक्शन लिस्ट भी कहा जाता है। यह फार्म का एक महत्वपूर्ण एलीमेंट हुंदा है। इस दी वरतों नाल यूज़र लिस्ट विचों एक जां एक तो वध ऑप्शनां दी चोण कर सकदा है। HTML विच चोण सूची बनाउण लई सिलैक्ट टैग की वरतों कीती जाती है। इस टैग की वरतों नाल स्क्रोलिंग लिस्ट अते ड्रॉप डाउन लिस्टां बनाईयां जा सकदियां हन। इन्हां लिस्टां विच ऑप्शनां दाखल करन लई सिलैक्ट टैग विचकार ऑप्शन टैग्स वरते जांदे हन। सो आओ आपां चोण सूची की एक उदाहरण वेखदे हाँ, जिस दे विच सिलैक्ट टैग ते ऑप्शन टैग्स जिहड़े ने वो वरते गए ने। एक चोण सूची बनाई गई है जिस विच ऑप्शन ABC 3 ऑप्शनां लईआं गईआं हन, जिस विच सिलैक्ट टैग है और उस दे एट्रीब्यूट जिहड़े ने वो दिखाए गए ने। जिवें सिलैक्ट टैग का एट्रीब्यूट नेम और ऑप्शन का एट्रीब्यूट जिहड़ा है वो वैल्यू एट्रीब्यूट दिखाया गया है। सो ये ब्राउज़र के उत्ते किस तरह दिखाई देवेगी, आओ आपां ये वेखदे हाँ कि चोण सूची जिहड़ी है वो
ਬਰਾਊਜ਼ਰ ਦੇ ਉੱਪਰ ਸਾਨੂੰ ਕੁਛ ਇਸ ਤਰੀਕੇ ਨਾਲ ਦਿਖਾਈ ਦੇਵੇਗੀ। ਇਸ ਬਟਨ 'ਤੇ ਕਲਿੱਕ ਕਰਦੇ ਹਾਂ ਤਾਂ ਡਰੋਪ ਡਾਊਨ ਜਿਹੜੀ ਹੈ ਉਹ ਲਿਸਟ ਸਾਨੂੰ ਆਪਸ਼ਨ ਏ, ਆਪਸ਼ਨ ਬੀ ਅਤੇ ਸੀ ਦਿਖਾਈ ਦੇਵੇਗੀ ਔਰ ਉਹਦੇ ਵਿੱਚੋਂ ਅਸੀਂ ਆਪਸ਼ਨ ਚੂਜ਼ ਕਰ ਸਕਦੇ ਹਾਂ। ਅਗਲਾ ਪ੍ਰਸ਼ਨ ਹੈ ਟੈਕਸਟ ਏਰੀਆ ਦੀ ਉਦਾਹਰਣ ਸਹਿਤ ਵਿਆਖਿਆ ਕਰੋ। ਟੈਕਸਟ ਏਰੀਆ ਫਾਰਮ ਦਾ ਇੱਕ ਮਹੱਤਵਪੂਰਨ ਐਲੀਮੈਂਟ ਹੁੰਦਾ ਹੈ। ਇਸ ਦੀ ਵਰਤੋਂ ਨਾਲ ਯੂਜ਼ਰ ਤੋਂ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਟੈਕਸਟ ਏਰੀਆ ਦੀ ਵਰਤੋਂ ਲਈ ਫਾਰਮ ਟੈਗ ਵਿੱਚ ਟੈਕਸਟ ਏਰੀਆ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਟੈਗ ਇੱਕ ਕੰਟੇਨਰ ਟੈਗ ਹੈ। ਇਸ ਟੈਗ ਦੇ ਦੋ ਐਟਰੀਬਿਊਟ ਹੁੰਦੇ ਹਨ, ਰੋਜ਼ ਅਤੇ ਕਾਲਸ। ਕਾਲਸ ਤੋਂ ਭਾਵ ਕਾਲਮਸ। ਐਟਰੀਬਿਊਟ ਰੋ ਟੈਕਸਟ ਏਰੀਆ ਵਿੱਚ ਲਾਈਨਾਂ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦਾ ਹੈ। ਐਟਰੀਬਿਊਟ ਕਾਲਸ ਟੈਕਸਟ ਏਰੀਆ ਦੇ ਕਾਲਮਾਂ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦਾ ਹੈ। ਆਓ ਆਪਾਂ ਇਸ ਦੀ ਉਦਾਹਰਨ ਦੇਖਦੇ ਹਾਂ। ਸੋ ਵੈਬ ਬਰਾਊਜ਼ਰ ਉੱਪਰ ਇਹ ਸਾਨੂੰ ਕੁਛ ਇਸ ਤਰੀਕੇ ਨਾਲ ਦਿਖਾਈ ਦੇਵੇਗੀ ਔਰ ਇਹ ਜਿਹੜੀ ਟੈਕਸਟ ਏਰੀਆ ਸਾਨੂੰ ਵਿਖਾ ਰਿਹਾ ਹੈ, ਇਸ ਦੇ ਵਿੱਚ ਅਸੀਂ ਕੁਛ ਵੀ ਟਾਈਪ ਕਰ ਸਕਦੇ ਹਾਂ। ਕਾਰਵਾਈ ਵਿੱਚ ਫੰਕਸ਼ਨ ਵਿੱਚ ਕਾਰਵਾਈ ਅਤੇ ਵਿਧੀ ਦਾ ਕੀ ਉਦੇਸ਼ ਹੈ? ਫਾਰਮ ਵੈਬ ਪੇਜ ਦਾ ਇੱਕ ਹਿੱਸਾ ਹੁੰਦਾ ਹੈ। ਇਸ ਵਿੱਚ ਵੈਬ ਪੇਜ ਦਾ ਉਹ ਖੇਤਰ ਸ਼ਾਮਲ ਹੁੰਦਾ ਹੈ ਜਿਸ ਵਿੱਚ ਯੂਜ਼ਰ ਵੈਬਸਾਈਟ ਨੂੰ ਭੇਜੀ ਜਾਣ ਵਾਲੀ ਜਾਣਕਾਰੀ ਦਰਜ ਕਰਦਾ ਹੈ। HTML ਵਿੱਚ ਫਾਰਮ ਬਣਾਉਣ ਲਈ ਫਾਰਮ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਫਾਰਮ ਟੈਗ ਵਿੱਚ ਐਕਸ਼ਨ ਅਤੇ ਮੈਥਡ ਐਟਰੀਬਿਊਟਸ ਦੀ ਮਦਦ ਨਾਲ ਫਾਰਮ ਵਿੱਚ ਭਰਿਆ ਡਾਟਾ ਵੈਬ ਸਰਵਰ ਨੂੰ ਭੇਜਿਆ ਜਾਂਦਾ ਹੈ। ਫਾਰਮ ਦੇ ਐਕਸ਼ਨ ਐਟਰੀਬਿਊਟ ਵਿੱਚ ਉਸ ਫਾਈਲ ਦਾ ਨਾਮ ਲਿਖਿਆ ਜਾਂਦਾ ਹੈ ਜੋ ਸਰਵਰ ਉੱਪਰ ਫਾਰਮ ਡਾਟਾ ਨੂੰ ਪ੍ਰੋਸੈਸ ਕਰਨ ਦਾ ਕੰਮ ਕਰਦੀ ਹੈ। ਫਾਰਮ ਦਾ ਮੈਥਡ ਐਟਰੀਬਿਊਟ ਫਾਰਮ ਨੂੰ ਸਰਵਰ ਉੱਪਰ ਪ੍ਰਾਪਤ ਕਰਨ ਦੀ ਵਿਧੀ ਨੂੰ ਦਰਸਾਉਂਦਾ ਹੈ। ਇਸ ਐਟਰੀਬਿਊਟ ਦਾ ਮੁੱਲ ਪੋਸਟ ਜਾਂ ਗੈਟ ਹੁੰਦਾ ਹੈ। ਆਓ ਆਪਾਂ ਐਕਸ਼ਨ ਤੇ ਮੈਥਡ ਦੀ ਉਦਾਹਰਨ ਦੇਖਦੇ ਹਾਂ। ਸੋ ਇਹ HTML ਦੀ ਕੋਡਿੰਗ ਹੈ ਜਿਸ ਵਿੱਚ ਇੱਕ ਫਾਰਮ ਤਿਆਰ ਕੀਤਾ ਗਿਆ ਹੈ ਔਰ ਇਸ ਦੇ ਵਿੱਚ ਐਕਸ਼ਨ ਤੇ ਮੈਥਡ ਜਿਹੜੇ ਨੇ ਐਟਰੀਬਿਊਟਸ ਔਰ ਇਹ ਫਾਰਮ ਟੈਗ ਹੈ ਸਾਡਾ ਔਰ ਇਸੇ ਤਰੀਕੇ ਨਾਲ ਐਕਸ਼ਨ ਤੇ ਮੈਥਡ ਜਿਹੜੇ ਐਟਰੀਬਿਊਟਸ ਨੇ ਉਹ ਇਸ ਤਰ੍ਹਾਂ ਸਾਨੂੰ ਦਿਖਾਏ ਗਏ ਨੇ ਔਰ ਸਾਡੀ ਵੈਬ ਬਰਾਊਜ਼ਰ 'ਤੇ ਇਸ ਤਰੀਕੇ ਨਾਲ ਇਹ ਸਾਨੂੰ ਵਿਖਾਈ ਦੇਵੇਗਾ ਫਾਰਮ। ਸੋ ਆਓ ਆਪਾਂ ਹੁਣ ਕਰਦੇ ਹਾਂ ਬਹੁਤ ਚੋਣਵੇਂ ਪ੍ਰਸ਼ਨ। ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ? ਯੂਜ਼ਰ ਤੋਂ ਇਨਪੁਟ ਲੈਣ ਲਈ। ਬਿਲਕੁਲ ਠੀਕ। ਨਿਮਨਲਿਖਤ ਵਿੱਚੋਂ ਕਿਹੜੀ ਸਭ ਤੋਂ ਵੱਧ ਆਮ ਤੌਰ 'ਤੇ ਵਰਤੀ ਜਾਣ ਵਾਲੀ HTTP ਵਿਧੀ ਹੈ? ਪ੍ਰੀ ਅਤੇ ਪੋਸਟ। ਕੀ ਇੱਕ ਵੈਬ ਪੇਜ ਵਿੱਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ? ਇਸ ਦਾ ਉੱਤਰ ਹੈ ਹਾਂ।
ਇੱਕ HTML ਫਾਰਮ ਇੱਕ ਵੈਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਲ ਹਨ ਜਿੱਥੇ ਕਿ ਇਸ ਦਾ ਉੱਤਰ ਹੈ ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ ਅਤੇ ਵੈਬ ਸਰਵਰ 'ਤੇ ਭੇਜਿਆ ਜਾਂਦਾ ਹੈ। ਸੋ ਸਾਡਾ ਅਗਲਾ ਪ੍ਰਸ਼ਨ ਹੈ ਇੱਕ ਕੰਟੇਨਰ ਟੈਗ ਅਤੇ ਇੱਕ ਸਿੰਗਲ ਇਨਪੁਟ ਆਈਟਮ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ। ਕੀ ਵਰਤਿਆ ਜਾਂਦਾ ਹੈ? ਟੈਕਸਟ ਏਰੀਆ। ਸੋ ਆਓ ਪਿਆਰੇ ਵਿਦਿਆਰਥੀਓ ਹੁਣ ਆਪਾਂ ਖਾਲੀ ਥਾਵਾਂ ਭਰਦੇ ਹਾਂ। ਸੋ ਪਹਿਲੀ ਖਾਲੀ ਥਾਂ ਹੈ ਡੈਸ਼ ਟੈਗ ਨੂੰ ਕਿਸੇ ਵੈਬ ਪੇਜ 'ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਐਂਕਰ ਟੈਗ, ਏ ਟੈਗ। ਡੈਸ਼ ਦਾ ਪ੍ਰਯੋਗ ਵੈਬ ਸਰਵਰ ਵਿੱਚ ਜਾਣਕਾਰੀ ਨੂੰ ਭਰਨ ਲਈ ਕੀਤਾ ਜਾਂਦਾ ਹੈ। ਫਾਰਮ, ਤੁਸੀਂ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਡੈਸ਼ ਰਾਹੀਂ ਫਾਰਮ ਵਿੱਚ ਦਰਜ ਕਰ ਸਕਦੇ ਹੋ। ਟੈਕਸਟ ਏਰੀਆ, ਇੱਕ ਫਾਰਮ ਵਿੱਚ ਕਈ ਵਿਕਲਪ ਚੁਣਨ ਲਈ ਅਸੀਂ ਡੈਸ਼ ਦੀ ਵਰਤੋਂ ਕਰ ਸਕਦੇ ਹਾਂ। ਚੈੱਕ ਬਾਕਸ, ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ਼ ਕਰਨ ਲਈ ਅਸੀਂ ਡੈਸ਼ ਬਟਨ ਦੀ ਵਰਤੋਂ ਕਰ ਸਕਦੇ ਹਾਂ। ਰੀਸੈਟ। ਸੋ ਆਓ ਪਿਆਰੇ ਵਿਦਿਆਰਥੀਓ ਹੁਣ ਆਪਾਂ ਸਹੀ ਤੇ ਗਲਤ ਦੀ ਚੋਣ ਕਰਦੇ ਹਾਂ। ਇੱਕ ਅਨਵਿਜ਼ਿਟਡ ਲਿੰਕ ਅੰਡਰਲਾਈਨ ਹੁੰਦਾ ਹੈ ਜਿਸ ਦਾ ਰੰਗ ਨੀਲਾ ਹੁੰਦਾ ਹੈ। ਸਹੀ। ਇਨਪੁਟ ਟਾਈਪ ਪਾਸਵਰਡ ਟੈਕਸਟ ਬਾਕਸ ਵਿੱਚ ਸਟਾਰ ਦਿਖਾਏਗਾ। ਬਿਲਕੁਲ ਸਹੀ। ਸਿਲੈਕਸ਼ਨ ਲਿਸਟ ਡਰਾਪ ਡਾਊਨ ਲਿਸਟ ਨੂੰ ਦਰਸਾਉਣ ਲਈ ਵਰਤੀਆਂ ਜਾਂਦੀਆਂ ਹਨ। ਸਹੀ। ਆਓ ਆਪਾਂ ਹੁਣ ਪੂਰੇ ਨਾਮ ਦੇਖਦੇ ਹਾਂ। A for anchor tag, href hypertext reference, URL uniform resource locator, BG color background color, SRC source। ਸੋ ਆਓ ਪਿਆਰੇ ਵਿਦਿਆਰਥੀਓ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਦੇ ਹਾਂ। ਕਿਸੇ ਵੈਬ ਪੇਜ ਨੂੰ ਲਿੰਕ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ? ਏ ਟੈਗ ਭਾਵ ਐਂਕਰ ਟੈਗ। ਜਦ ਇੱਕ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਕਿਹੜਾ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਫਾਰਮ ਡਾਟਾ ਕਿੱਥੇ ਭੇਜਣਾ ਹੈ? ਐਕਸ਼ਨ। ਅਗਲਾ ਪ੍ਰਸ਼ਨ ਹੈ ਇਹ ਵਿਧੀ ਉਪਯੋਗਕਰਤਾ ਦੁਆਰਾ URL ਪਾਥ ਦੀ ਵਰਤੋਂ ਕਰਕੇ ਫੀਡ ਡਾਟਾ ਨੂੰ ਐਨਕੋਡ ਕਰਨ ਲਈ ਵਰਤੀ ਜਾਂਦੀ ਹੈ ਅਤੇ ਸਰਵਰ ਨੂੰ ਭੇਜੀ ਜਾਂਦੀ ਹੈ। ਗੈਟ। ਦਿੱਤੇ ਗਏ ਵੈਬ ਪੰਨੇ 'ਤੇ ਕੁਝ ਕਾਰਵਾਈ ਕਰਨ ਲਈ ਕੀ ਵਰਤਿਆ ਜਾਂਦਾ ਹੈ? ਬਟਨ। ਥੈਂਕ ਯੂ।